ਗੁੱਡ ਆਫਟਰਨੂਨ ਸਟੂਡੈਂਟਸ। ਆਪਾਂ ਕਰ ਰਹੇ ਸੀਗੇ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਆਫ ਕਰਿਕੂਲਮ। ਤਾਂ ਅੱਜ ਆਪਾਂ ਕਰਿਆ ਕਰਿਕੂਲਮ ਡਿਵੈਲਪਮੈਂਟ ਐਟ ਡਿਫੀਕਲਟ ਲੈਵਲਸ ਆਫ ਇੰਡੀਆ। ਤਾਂ ਕਹਿੰਦੇ ਵੀ ਜਿਹੜੇ ਸਿੱਖਣ ਅਨੁਭਵ ਜਾਂ ਪਾਠਕ੍ਰਮ ਦੀ ਯੋਜਨਾਬੰਦੀ ਅਤੇ ਵਿਕਾਸ ਦੀ ਜਿਹੜੀ ਇਹ ਗਤੀਵਿਧੀ ਹੈ, ਸਿੱਖਿਆ ਦੀਆਂ ਸਭ ਤੋਂ ਜਿਹੜੀਆਂ ਐਕਸਪਰਟ ਗਤੀਵਿਧੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਆ ਕਿ ਇੱਕ ਜਿਹੜਾ ਸਟੂਡੈਂਟ ਹੈ ਉਹ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਕੀ ਸਿੱਖਦਾ ਹੈ। ਅਤੇ ਇਸ ਦੇ ਲਈ ਭਾਰਤ ਦੇ ਵਿੱਚ ਸੰਸਥਾਨ ਜਾਂ ਵਿੱਦਿਅਕ ਸੰਸਥਾਵਾਂ ਅਜਿਹੀਆਂ ਨੇ ਜਿਹੜੀਆਂ ਕਿ ਅਲੱਗ-ਅਲੱਗ ਪੱਧਰ 'ਤੇ ਜਿਹੜਾ ਕਰੀਕੁਲਮ ਪਲੈਨਿੰਗ ਹੈ ਉਹ ਕਰਦੀਆਂ ਨੇ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਸਾਡਾ ਜਿਹੜਾ ਕਰੀਕੁਲਮ ਹੈ ਉਹ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਦੋਨਾਂ ਪੱਧਰਾਂ ਦਾ ਕਰੀਕੁਲਮ ਹੈ। ਤਾਂ ਆਪਾਂ ਕਰਦੇ ਹਾਂ ਕਿ ਅਲੱਗ-ਅਲੱਗ ਪੱਧਰਾਂ 'ਤੇ ਕਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਪਾਠਕ੍ਰਮ ਬਣਾਉਂਦੀਆਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਦਾ ਨੈਸ਼ਨਲ ਲੈਵਲ। ਤਾਂ ਨੈਸ਼ਨਲ ਲੈਵਲ 'ਤੇ ਜਿਹੜੀ NCERT ਹੈ, ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਟ੍ਰੇਨਿੰਗ। ਤਾਂ ਇਹ ਕਿ ਇਹਦੀ ਜਿਹੜੀ 1961 ਦੇ ਵਿੱਚ ਭਾਰਤ ਸਰਕਾਰ ਅਧੀਨ ਇੱਕ ਸਵੈ ਸ਼ਾਸਿਤ ਸੰਸਥਾ ਵਜੋਂ ਹੋਂਦ ਦੇ ਵਿੱਚ ਹੋਈ ਸੀ। ਤਾਂ ਸਕੂਲਾਂ ਦਾ ਜਿਹੜਾ ਪਾਠਕ੍ਰਮ ਹੈ ਉਹ ਇਸ NCERT ਜਿਹੜੀ ਸੰਸਥਾ ਹੈ ਇਸ ਦੇ ਦੁਆਰਾ ਹੀ ਬਣਾਇਆ ਜਾਂਦਾ ਹੈ। ਅਤੇ ਯੂਨੀਵਰਸਿਟੀ ਲੈਵਲ ਦਾ ਜਿਹੜਾ ਕਰੀਕੁਲਮ ਹੈ ਉਸ ਦੇ ਲਈ UGC ਅਤੇ ਟੀਚਰ ਟ੍ਰੇਨਿੰਗ ਦੇ ਲਈ NCTE ਜਿਹੜੇ ਵਰਗੇ ਜਿਹੜੀਆਂ ਸੰਸਥਾਵਾਂ ਨੇ ਉਹ ਪਾਠਕ੍ਰਮ ਤਿਆਰ ਕਰਦੀਆਂ ਨੇ। ਤਾਂ 1975 ਦੇ ਵਿੱਚ NCERT ਪਹਿਲੀ ਵਾਰ ਇੱਕ ਵਿਆਪਕ ਪੱਧਰ 'ਤੇ ਦੇਸ਼ ਭਰ ਵਿਆਪੀ ਪਾਠਕ੍ਰਮ ਫਰੇਮਵਰਕ ਲੈ ਕੇ ਆਈ ਸੀ। ਅਤੇ ਉਸ ਤੋਂ ਬਾਅਦ 1988, ਉਸ ਤੋਂ ਬਾਅਦ 2000 ਅਤੇ ਉਸ ਤੋਂ ਬਾਅਦ 2005 ਦੇ ਵਿੱਚ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਸਾਹਮਣੇ ਲਿਆਂਦੇ ਗਏ, ਜਿਸ ਦਾ ਉਦੇਸ਼ ਕੀ ਸੀ ਕਿ ਪਾਠਕ੍ਰਮ ਦੇ ਵਿੱਚ ਸਟੂਡੈਂਟਸ ਨੂੰ ਸਿੱਖਣ ਦੇ ਲਈ ਕਿਹੋ ਜਿਹੀ ਜਿਹੜੀ ਸਮੱਗਰੀ ਹੈ ਉਸ ਦੇ ਵਿੱਚ ਸ਼ਾਮਲ ਕੀਤੀ ਜਾਵੇ। ਤਾਂ ਇਸ ਤਰ੍ਹਾਂ ਸਾਰੇ ਦੇਸ਼ਾਂ ਵਿੱਚ ਉਚੇਰੀ ਸਿੱਖਿਆ ਦਾ ਸਮਰੂਪ ਪਾਠਕ੍ਰਮ ਨਿਮਨਲਿਖਤ ਹਦਾਇਤਾਂ ਸਹਿਤ ਜਾਰੀ ਕੀਤਾ ਗਿਆ, ਜੋ ਕਿ UGC ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਜਿਹਦੇ ਵਿੱਚ ਅੰਡਰ ਗ੍ਰੈਜੂਏਟ ਕੋਰਸ ਲਈ ਸਾਰੀਆਂ ਯੂਨੀਵਰਸਿਟੀਆਂ ਦੇ ਪਾਠਕ੍ਰਮ ਦੇ ਵਿੱਚ 70% ਦੀ ਜਿਹੜੀ ਸਮਰੂਪਤਾ ਜ਼ਰੂਰ ਹੋਣੀ ਚਾਹੀਦੀ ਹੈ। ਭਾਵ ਕਿ 70% ਜਿਹੜਾ ਸਿਲੇਬਸ ਹੈ ਉਹ ਸੇਮ ਹੋਣਾ ਚਾਹੀਦਾ ਹੈ ਅਤੇ 30% ਸਿਲੇਬਸ ਉਹ ਯੂਨੀਵਰਸਿਟੀਆਂ ਆਪਦੇ ਲੈਵਲ 'ਤੇ ਉਸ ਦੇ ਵਿੱਚ ਜਿਹੜਾ ਸ਼ਾਮਲ ਕਰੀਕੁਲਮ ਉਹ ਕਰ ਸਕਦੀਆਂ ਨੇ। ਨੈਕਸਟ ਹੈ ਵਿਕਲਪ ਅਧਾਰਤ ਖਾਤਾ ਪ੍ਰਣਾਲੀ। ਸਾਰੀਆਂ ਯੂਨੀਵਰਸਿਟੀਆਂ ਦੁਆਰਾ ਅਪਣਾਈ ਜਾਣੀ ਜ਼ਰੂਰੀ ਹੈ। ਅੰਡਰ ਗ੍ਰੈਜੂਏਟ ਦੀ ਜਿਹੜੀ ਸਮੱਗਰੀ ਆਪਾਂ ਕੀਤਾ ਸੀ ਕਿ 70% ਹੈ ਜਿਹੜਾ ਉਹ ਸੈਂਟਰ ਲੈਵਲ ਵੱਲੋਂ UGC ਵੱਲੋਂ ਅਤੇ 30% ਯੂਨੀਵਰਸਿਟੀਆਂ ਆਪਣੇ ਵੱਲੋਂ ਇਸ ਦੇ ਵਿੱਚ ਐਡ ਕਰ ਸਕਦੀਆਂ ਨੇ। ਅਤੇ UGC ਨੇ ਮਸ਼ਵਰਾ ਦਿੱਤਾ ਕਿ ਹਰੇਕ ਵਿੱਦਿਅਕ ਵਿਭਾਗ ਦੇ ਪਾਠਕ੍ਰਮ ਦੀ ਸਮੀਖਿਆ 3 ਸਾਲਾਂ ਵਿੱਚ ਇੱਕ ਵਾਰ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਰਾਸ਼ਟਰੀ ਪੱਧਰ ਦੀਆਂ ਹੋਰ ਵਿੱਦਿਅਕ ਸੰਸਥਾਵਾਂ ਦੁਆਰਾ ਹੀ ਪ੍ਰਦੇਸ਼ ਪੱਧਰ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਨੂੰ ਲਗਭਗ ਅਜਿਹੀਆਂ ਹੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਇਹ ਜਿਹੜਾ ਪਾਠਕ੍ਰਮ ਹੈ ਉਹ ਤਿਆਰ ਕੀਤਾ ਜਾਂਦਾ। ਤਾਂ ਨੈਕਸਟ ਹੈ ਪ੍ਰਦੇਸ਼ਿਕ ਪੱਧਰ। ਜਿਵੇਂ ਆਪਾਂ ਨੈਸ਼ਨਲ ਪੱਧਰ ਦੀ ਗੱਲ ਕੀਤੀ ਸੀ, ਤਾਂ ਪ੍ਰਦੇਸ਼ਿਕ ਪੱਧਰ 'ਤੇ ਜਿਹੜਾ ਪਾਠਕ੍ਰਮ ਤਿਆਰ ਕੀਤਾ ਜਾਂਦਾ ਉਹ SCERT ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਟ੍ਰੇਨਿੰਗ ਜਿਹੜੀ ਸੰਸਥਾ ਹੈ ਉਹ ਤਿਆਰ ਕਰਦੀ ਹੈ। ਭਾਵੇਂ ਕਿ NCERT ਵੱਲੋਂ ਜਿਹੜਾ ਫਰੇਮਵਰਕ ਹੈ ਉਹ ਤਿਆਰ ਕੀਤਾ ਜਾਂਦਾ ਹੈ, ਪਰ NCERT ਵੱਲੋਂ ਦਿੱਤਾ ਜਿਹੜਾ ਕਰੀਕੁਲਮ ਹੈ ਉਹ ਇੱਕ ਤਰ੍ਹਾਂ ਦਾ ਜਿਹੜਾ ਸੁਝਾਅ ਹੁੰਦਾ ਹੈ। ਤਾਂ SCERT ਜਿਹੜੀ ਸੰਸਥਾ ਹੈ ਤਾਂ ਆਪਣੇ ਲੈਵਲ 'ਤੇ ਉਸ ਦੇ ਵਿੱਚ ਸੁਧਾਰ ਕਰਦੀ ਹੈ ਅਤੇ ਆਪਣੇ ਪ੍ਰਦੇਸ਼ ਦਾ ਜਿਹੜਾ ਪਾਠਕ੍ਰਮ ਉਸ ਦੇ ਵਿੱਚ ਸ਼ਾਮਲ ਕਰਦੀ ਹੈ। ਤਾਂ ਪ੍ਰਦੇਸ਼ ਪੱਧਰ 'ਤੇ ਵੀ ਅਧਿਆਪਕ, ਮੁੱਖ ਅਧਿਆਪਕ, ਪਾਠਕ੍ਰਮ ਸਹਿਯੋਗੀਆਂ, ਵਿਦਵਾਨਾਂ ਦਾ ਕੋਈ ਸਮੂਹ ਪ੍ਰਦੇਸ਼ਕ ਸਿੱਖਿਆ ਦੀ ਵਿਕਾਸ ਅਧੀਨ ਕੋਈ ਕਮੇਟੀ ਤਿਆਰ ਕਰਦੇ ਨੇ ਅਤੇ ਉਸ ਕਮੇਟੀ ਦੀਆਂ ਅਲੱਗ-ਅਲੱਗ ਬੈਠਕਾਂ ਹੁੰਦੀਆਂ ਅਤੇ ਉਹਨਾਂ ਅਲੱਗ-ਅਲੱਗ ਬੈਠਕਾਂ ਦੇ ਵਿੱਚ ਕਰੀਕੁਲਮ ਦੀ ਜਿਹੜੀ ਪਲੈਨਿੰਗ ਆ ਉਹ ਕੀਤੀ ਜਾਂਦੀ ਹੈ। ਨੈਕਸਟ ਹੈ ਸੰਸਥਾਨ ਵਿਵਸਥਾ ਵਿਆਪਕ ਪੱਧਰ। ਇਸ ਦੇ ਵਿੱਚ ਕੀ ਹੈ ਕਿ ਕਿਸੇ ਸੰਸਥਾਨ ਤੋਂ ਕੋਈ ਮਾਪੇ, ਅਧਿਆਪਕ, ਪ੍ਰਸ਼ਾਸਕ, ਕੋਈ ਵਿਦਿਆਰਥੀਆਂ ਦਾ ਕੋਈ ਸਮੂਹ ਪਾਠਕ੍ਰਮ ਮਿਲ ਕੇ ਸਾਰੇ ਪਾਠਕ੍ਰਮ ਨੇ ਜਿਹੜਾ ਉਹ ਤਿਆਰ ਕਰਦੇ ਨੇ। ਅਤੇ ਇਹ ਸਥਿਤੀ ਪਾਠਕ੍ਰਮ ਯੋਜਨਾ ਵਿਕਾਸ ਦੇ ਇੱਕ ਅਜਿਹੇ ਰੂਪ ਨੂੰ ਪੇਸ਼ ਕਰਦੀ ਹੈ ਜਿਹੜਾ ਇਸ ਗੱਲ ਨੂੰ ਮਾਨਤਾ ਦੇਣ ਦੇ ਨਤੀਜੇ ਵਜੋਂ ਉਪਜਦਾ ਹੈ ਕਿ ਵਿਦਿਆਰਥੀ ਉਸ ਚੀਜ਼ ਤੋਂ ਕਾਫੀ ਸਿੱਖਦੇ ਨੇ ਜਿਸ ਨੂੰ ਅਗਿਆਤ ਪਾਠਕ੍ਰਮ ਆਖਿਆ ਜਾਂਦਾ ਹੈ। ਅਗਿਆਤ ਪਾਠਕ੍ਰਮ ਦੇ ਵਿੱਚ ਪ੍ਰਸ਼ਾਸਨੀ ਢਾਂਚਾ, ਸਮੂਹਿਕ ਤੌਰ ਦੇ ਪੈਟਰਨ, ਦਰਜਾਬੰਦੀ ਦੀਆਂ ਪ੍ਰਕਿਰਿਆਵਾਂ, ਅਧਿਆਪਕੀ ਉਮੀਦਾਂ। ਤਾਂ ਭਾਵੇਂ ਕਿ ਕਹਿੰਦੇ ਇਹ ਜਿਹੜਾ ਪਾਠਕ੍ਰਮ ਹੈ ਉਹ ਪਲੈਨਿੰਗ ਹੋਵੇ ਜਾਂ ਨੋਨ ਪਲੈਨਿੰਗ ਹੋਵੇ, ਪਰ ਇਸ ਤੋਂ ਵਿਦਿਆਰਥੀ ਬਹੁਤ ਜ਼ਿਆਦਾ ਕੁਝ ਸਿੱਖਦੇ ਨੇ। ਨੈਕਸਟ ਹੈ ਕੋਈ ਅਧਿਆਪਕੀ ਟੋਲੀ ਪੱਧਰ, ਟੀਚਰ ਟੀਮ ਲੈਵਲ, ਜਿਹਦੇ ਵਿੱਚ ਜਿਹੜੇ ਟੀਚਰਾਂ ਦੀ ਕੋਈ ਟੀਮ ਹੈ ਉਹ ਕਿਸੇ ਨਾ ਕਿਸੇ ਗਤੀਵਿਧੀ ਨੂੰ ਅੰਤਰਰਾਸ਼ਟਰੀ ਯੋਜਨਾਬੰਦੀ ਦੇ ਵਿੱਚ ਲਿਆ ਕੇ ਜਿਹੜਾ ਪਾਠਕ੍ਰਮ ਤਿਆਰ ਕਰਨ ਦੇ ਵਿੱਚ ਆਪਣਾ ਰੋਲ ਹੈ ਜਿਹੜਾ ਉਹ ਅਦਾ ਕਰਦੀ ਹੈ। ਤਾਂ ਨੈਕਸਟ ਹੈ
ਵਿਅਕਤੀਗਤ ਅਧਿਆਪਕ ਪੱਧਰ ਇਸ ਮਾਮਲੇ ਵਿੱਚ ਕੋਈ ਅਧਿਆਪਕ ਸਿੱਖਣ ਦੇ ਉਦੇਸ਼ਾਂ ਬਾਰੇ ਨਿਰਣਾ ਲੈਂਦਾ ਹੈ ਕਿ ਉਹ ਅਧਿਆਪਕ ਕਿਸੇ ਵਿਦਿਆਰਥੀ ਸਮੂਹ ਨੂੰ ਕੀ ਸਿਖਾਉਣਾ ਪਸੰਦ ਕਰੇਗਾ, ਕਿ ਵਿਸ਼ਾ ਵਸਤੂ ਜਾਂ ਸਮੱਗਰੀ 'ਤੇ ਵਿਚਾਰ ਕਰਕੇ ਅਧਿਆਪਕ ਨੂੰ ਉਹਨਾਂ ਮਹੱਤਵਪੂਰਨ ਤੱਥਾਂ, ਧਾਰਨਾਵਾਂ, ਨਿਯਮਾਂ ਅਤੇ ਸਿਧਾਂਤਾਂ ਬਾਰੇ ਨਿਰਣਾ ਕਰਨਾ ਪਵੇਗਾ ਕਿ ਜਿਹੜੇ ਵਿਦਿਆਰਥੀ ਨੇ ਪਾਠਕ੍ਰਮ ਹੈ ਉਸ ਦੇ ਵਿੱਚ ਵਿਦਿਆਰਥੀਆਂ ਨੇ ਕਿੰਨਾ ਕੁ ਸਿੱਖਿਆ ਹੈ, ਉਹਨਾਂ ਦੇ ਸਿੱਖਣ ਦੀ ਪ੍ਰਕਿਰਿਆ ਕੀ ਹੈ, ਤਾਂ ਉਹਨਾਂ ਦੇ ਵਿੱਚ ਕੀ ਸੁਧਾਰ ਹੈ ਜਿਹੜਾ ਉਹ ਕੀਤਾ ਜਾਣਾ ਹੈ, ਤਾਂ ਇਹ ਕੀਤਾ ਜਾਂਦਾ ਹੈ। ਤਾਂ ਇਸੇ ਆਧਾਰ 'ਤੇ ਹੀ ਲਾਇਬ੍ਰੇਰੀ ਅਤੇ ਇੰਟਰਨੈਟ ਦੇ ਪਿਛੋਕੜ ਤੋਂ ਗਿਆਨ ਇਕੱਤਰ ਕਰਨਾ ਚਾਹੀਦਾ ਹੈ। ਅਤੇ ਮਗਰੋਂ ਅਧਿਆਪਕ ਰੋਜ਼ਾਨਾ ਜਾਂ ਹਫ਼ਤਾਵਾਰੀ ਆਧਾਰ 'ਤੇ ਉਪਯੋਗ ਕੀਤੇ ਜਾਣ ਵਾਲੀ ਕਿਸੇ ਯੋਜਨਾ ਜੁੱਟ ਦਾ ਵਿਕਾਸ ਕਰਦਾ ਹੈ, ਭਾਵ ਕਿ ਅਲੱਗ-ਅਲੱਗ ਸਾਧਨਾਂ ਦੁਆਰਾ ਇਸ ਸਿੱਖਣ ਪ੍ਰਕਿਰਿਆ ਦੀ ਜਿਹੜੀ ਮਾਪਣ ਮੁਲਾਂਕਣ ਹੈ ਜਿਹੜਾ ਉਹ ਕਰਦਾ ਹੈ। ਨੈਕਸਟ ਹੈ ਸਹਿਯੋਗੀ ਸ਼੍ਰੇਣੀ ਕਮਰੇ ਦਾ ਪੱਧਰ। ਇੱਥੇ ਕਿਸੇ ਵਿਚਾਰ ਚਰਚਾ ਮਗਰੋਂ ਅਧਿਆਪਕ ਅਤੇ ਸਿਖਿਆਰਥੀਆਂ ਦਾ ਕੋਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਹੋਈ ਸਾਰੀ ਵਿਚਾਰ ਦਾ ਸੰਖੇਪ ਯੋਜਨਾ ਦਾ ਇੱਕ ਰਸਮੀ ਜੁੱਟ ਤਿਆਰ ਹੁੰਦਾ ਹੈ ਅਤੇ ਅਧਿਆਪਕ ਸਮੂਹ ਨੂੰ ਇੱਕ ਮਾਰਗਦਰਸ਼ਨ ਕਰਦਾ ਹੈ। ਅਤੇ ਇਸ ਆਧਾਰ 'ਤੇ ਉਹ ਅਧਿਐਨ ਕਰਦੇ ਨੇ ਕਿ ਕਿਸੇ ਪਾਠਕ੍ਰਮ ਹੈ ਤਾਂ ਉਸ ਦੇ ਸੰਬੰਧੀ ਕਿਸੇ ਇਕਾਈ ਉੱਪਰ ਕੰਮ ਕਰਦੀਆਂ ਉਸੇ ਸੰਸਥਾਵਾਂ ਕੀ, ਕਿਵੇਂ, ਕਿੱਥੇ ਅਤੇ ਕਦੋਂ ਆਦਿ ਦੇ ਪ੍ਰਸ਼ਨਾਂ ਦਾ ਜਿਹੜਾ ਉੱਤਰ ਹੈ ਦਿੱਤਾ ਜਾਂਦਾ ਹੈ ਕਿ ਪਾਠਕ੍ਰਮ ਸੰਬੰਧੀ ਇਹ ਜਿਹੜੇ ਨਿਰਣੇ ਨੇ ਉਹ ਲਏ ਜਾਂਦੇ ਨੇ। ਤਾਂ ਕਹਿੰਦੇ ਵੀ ਜਿਹੜੇ ਟੀਚਰ ਹੁੰਦੇ ਨੇ ਉਹ ਇਸ ਫੀਲਡ ਦੇ ਐਕਸਪਰਟ ਹੁੰਦੇ ਨੇ, ਤਾਂ ਉਹ ਇਸ ਵਧੀਆ ਬਾਰੇ ਜਿਹੜਾ ਵਧੀਆ ਰਾਏ ਦੇ ਸਕਦੇ ਨੇ ਕਿ ਸਾਡਾ ਕਰਿਕੂਲਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਵਿਦਿਆਰਥੀਆਂ ਦੀਆਂ ਨੀਡਸ ਦੇ ਅਕੋਰਡਿੰਗ, ਡਿਮਾਂਡਸ ਦੇ ਅਕੋਰਡਿੰਗ ਪਾਠਕ੍ਰਮ ਕਿਵੇਂ ਦਾ ਹੋਣਾ ਚਾਹੀਦਾ ਹੈ। ਪਰ ਕਹਿੰਦੇ ਵੀ ਅਫਸੋਸ ਇਹ ਹੈ ਕਿ ਮਤਲਬ ਕਿ ਜਿਹੜੇ ਐਕਸਪਰਟ ਟੀਚਰਸ ਨੇ ਉਹਨਾਂ ਦੀ ਸਲਾਹ ਹੈ ਜਿਹੜੀ ਇਸ ਸੰਬੰਧੀ ਨਹੀਂ ਲਈ ਜਾਂਦੀ। ਤਾਂ ਇਸ ਤਰ੍ਹਾਂ ਸਾਡੇ ਸਕੂਲਾਂ ਦਾ ਪਾਠਕ੍ਰਮ ਉਹੀ ਅਖੌਤੀ ਜਿਹੜੇ ਵਿਦਵਾਨ ਤਿਆਰ ਕਰਦੇ ਨੇ ਜਿਨ੍ਹਾਂ ਨੇ ਕਿਸੇ ਸਕੂਲ ਵਿੱਚ ਪੜ੍ਹਾਇਆ ਨਹੀਂ ਹੁੰਦਾ। ਤਾਂ ਕਹਿੰਦੇ ਵੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਜਿਹੇ ਜਿਹੜੇ ਬੰਦੇ ਨੇ ਉਹ ਸਾਡਾ ਪਾਠਕ੍ਰਮ ਤਿਆਰ ਕਰਦੇ ਨੇ ਜਿਨ੍ਹਾਂ ਨੂੰ ਸਾਡੇ ਸਬਜੈਕਟਸ ਬਾਰੇ, ਸਾਡੇ ਵਿਦਿਆਰਥੀਆਂ ਜਿਹੜੇ ਨੀਡਸ ਬਾਰੇ ਜਿਹੜੇ ਚੰਗੀ ਤਰ੍ਹਾਂ ਜਾਣੂ ਨਹੀਂ ਹੁੰਦੇ। ਤਾਂ ਨੈਕਸਟ ਆਪਾਂ ਕਰਦੇ ਹਾਂ ਇਵੈਲੂਏਸ਼ਨ ਆਫ ਡਿਸੈਂਟਰਲਾਈਜੇਸ਼ਨ ਆਫ ਕਰਿਕੂਲਮ। ਤਾਂ ਆਪਾਂ ਕੀਤਾ ਸੀਗਾ ਸੈਂਟਰਲਾਈਜੇਸ਼ਨ ਪਲੱਸ ਡਿਸੈਂਟਰਲਾਈਜੇਸ਼ਨ, ਕਿ ਸੈਂਟਰਲਾਈਜੇਸ਼ਨ ਦੇ ਵਿੱਚ ਕੀ ਆ ਕਿ ਸਾਡਾ ਜਿਹੜਾ ਸਿਲੇਬਸ ਹੈ ਉਹ ਨੈਸ਼ਨਲ ਲੈਵਲ 'ਤੇ ਜਾਂ ਸਟੇਟ ਲੈਵਲ 'ਤੇ ਤਿਆਰ ਕੀਤਾ ਜਾਂਦਾ ਹੈ। ਤਾਂ ਉਸ ਤੋਂ ਅੱਗੇ ਜਿਹੜਾ ਆਪਾਂ ਕੀਤਾ ਸੀਗਾ ਡਿਸੈਂਟਰਲਾਈਜੇਸ਼ਨ, ਉਹਦੇ ਵਿੱਚ ਕੀ ਹੈ ਕਿ ਸਟੂਡੈਂਟਸ ਦੀਆਂ ਨੀਡਸ ਕੀ ਨੇ, ਉਹਨਾਂ ਦੇ ਡਿਮਾਂਡਸ ਕੀ ਨੇ, ਮਤਲਬ ਕਿ ਸਥਾਨਕ ਮਸਲਿਆਂ ਦੇ ਆਧਾਰ 'ਤੇ ਉਹਨਾਂ ਨੂੰ ਦਾ ਕਰਿਕੂਲਮ ਕਿਹੋ ਜਿਹਾ ਹੋਣਾ ਚਾਹੀਦਾ। ਤਾਂ ਸਥਾਨਕ ਪੱਧਰ 'ਤੇ ਜਿਹੜਾ ਪਾਠਕ੍ਰਮ ਉਹ ਤਿਆਰ ਕੀਤਾ ਜਾਂਦਾ ਹੈ। ਅਤੇ ਇਹ ਜਿਹੜਾ ਸਥਾਨਕ ਪੱਧਰ 'ਤੇ ਤਿਆਰ ਕੀਤਾ ਗਾ ਪਾਠਕ੍ਰਮ ਵਿਕੇਂਦਰਿਤ ਜਿਹੜਾ ਪਾਠਕ੍ਰਮ ਹੈ ਉਸ ਨੂੰ ਲੋਕਤੰਤਰੀ ਆਧਾਰਾਂ ਦੇ ਆਧਾਰ 'ਤੇ ਜਿਹੜਾ ਪਾਠਕ੍ਰਮ ਹੈ ਉਹ ਮੰਨਿਆ ਜਾਂਦਾ ਹੈ। ਪਰ ਫਿਰ ਵੀ ਕਹਿੰਦੇ ਵੀਨਸ਼ਨ ਨੇ ਵਿਕੇਂਦਰੀਕਰਨ ਪ੍ਰਣਾਲੀ ਦੀ ਸਫਲਤਾ ਦੇ ਕੁਝ ਕਾਰਨ ਦਿੱਤੇ ਨੇ ਕਿ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰ, ਰਾਜਨੀਤਿਕ ਫਲਸਫੇ ਦੇ ਆਧਾਰ 'ਤੇ ਪਾਠਕ੍ਰਮ ਦੀ ਵਿਕੇਂਦਰੀਕਰਨ ਪ੍ਰਣਾਲੀ ਨਾਲ ਪਰਸਪਰ ਵਿਰੋਧਤਾਵਾਂ, ਪ੍ਰਸ਼ਾਸਨਿਕ ਸਮੱਸਿਆਵਾਂ, ਨਵੇਂ ਵਿਸ਼ਵ ਵਿਆਪੀ ਪਰਿਵਰਤਨ, ਧਨ ਦੀ ਕਮੀ ਅਤੇ ਅਧਿਆਪਕਾਂ ਵੱਲੋਂ ਅਵਰੋਧ। ਤਾਂ ਵਿਕੇਂਦਰੀਕ੍ਰਿਤ ਡਿਸੈਂਟਰਲਾਈਜੇਸ਼ਨ ਜਿਹੜਾ ਕਰਿਕੂਲਮ ਹੈ ਉਸ ਦੀ ਸਮੱਸਿਆ ਇਹ ਹੈ ਕਿ ਪਾਠਕ੍ਰਮ ਦੇ ਵੱਖ-ਵੱਖ ਪੱਧਰ ਜਾਂ ਮਿਆਰ ਪੈਦਾ ਹੋ ਜਾਂਦੇ ਨੇ। ਤਾਂ ਇਸ ਸੰਬੰਧੀ ਜਿਹੜੀਆਂ ਜ਼ਰੂਰੀ ਸਾਵਧਾਨੀਆਂ ਉਹ ਵਰਤਣੀਆਂ ਪੈਂਦੀਆਂ ਨੇ ਕਿਉਂਕਿ ਹਰੇਕ ਸਟੇਟ ਹੈ ਜਾਂ ਹਰੇਕ ਖੇਤਰ ਹੈ ਉਸ ਦੀਆਂ ਅਲੱਗ ਤਰ੍ਹਾਂ ਦੀਆਂ ਕੁਛ ਸਮੱਸਿਆਵਾਂ ਇਕਨੋਮਿਕ, ਪੋਲੀਟੀਕਲ ਅਤੇ ਸੋਸ਼ਲ ਜਿਹੜੀਆਂ ਕਲਚਰਲ ਹੋ ਸਕਦੀਆਂ ਨੇ। ਅਤੇ ਇਸ ਤਰ੍ਹਾਂ ਸਿੱਖਿਆ ਦਾ ਮਿਆਰ ਹੈ ਜਿਹੜਾ ਉਸ ਨੂੰ ਇੱਕ ਪੱਧਰ 'ਤੇ ਸੰਗਠਿਤ ਕਰਨਾ ਥੋੜ੍ਹਾ ਔਖਾ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਹਰ ਵਿਅਕਤੀ ਨੂੰ ਸਿੱਖਿਆ, ਪਰ ਕਹਿੰਦੇ ਅਸਲ ਦੇ ਵਿੱਚ ਜਿਹੜਾ ਡਿਸੈਂਟਰਲਾਈਜੇਸ਼ਨ ਪੱਧਰ 'ਤੇ ਤਿਆਰ ਕੀਤਾ ਪਾਠਕ੍ਰਮ ਅਜਿਹਾ ਪਾਠਕ੍ਰਮ ਹੁੰਦਾ ਜਿਸ ਦੇ ਵਿੱਚ ਬੱਚੇ ਦੀ ਜਿਹੜੀ ਆਲਰਾਊਂਡ ਡਿਵੈਲਪਮੈਂਟ ਹੈ ਉਸ ਵੱਲ ਧਿਆਨ ਦਿੱਤਾ ਜਾਂਦਾ ਹੈ। ਹਰ ਵਿਅਕਤੀ ਨੂੰ ਸਿੱਖਿਆ ਦਾ ਲਾਭ ਹੋ ਸਕਦਾ ਹੈ। ਤਾਂ ਅੰਤ ਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਡਿਸੈਂਟਰਲਾਈਜੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਲੋਕਤੰਤਰੀ ਸ਼ਾਸਨ ਦੇ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਪਰ ਲੋਕਤੰਤਰ ਵਿੱਚ ਵਿਚਾਰਤਾਤਮਕ ਭਿੰਨਤਾ ਹੋਣ ਕਰਕੇ ਇਸ ਲਹਿਰ ਦੇ ਲਾਗੂ ਹੋਣ ਦੇ ਵਿੱਚ ਕੁਝ ਹਿੱਸੇ ਅਸਫਲ ਹੁੰਦੇ ਨੇ। ਵਿਕੇਂਦਰੀਕਰਨ ਸਾਰੇ ਰੋਗਾਂ ਦੀ ਦਵਾਈ ਨਹੀਂ ਹੈ, ਇਸ ਨਾਲ ਸਾਰੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਸ ਦਾ ਅਰਥ ਇਹ ਹੈ ਕਿ ਕੇਂਦਰੀਕਰਨ ਦੀ ਥਾਂ ਵਿਕੇਂਦਰੀਕਰਨ ਕਰਨ ਨਾਲ ਸਾਰਾ ਕੁਝ ਆਪਣੇ ਆਪ ਠੀਕ ਨਹੀਂ ਹੋਵੇਗਾ। ਇਸ ਨਾਲ ਵਿੱਦਿਆ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਪਾਠਕ੍ਰਮ ਯੋਜਨਾ ਪ੍ਰਣਾਲੀ 'ਚ ਆਪਣੇ ਆਪ ਕੁਸ਼ਲਤਾ ਨਹੀਂ ਆਵੇਗੀ। ਅਸਲ ਦੇ ਵਿੱਚ ਕਹਿੰਦੇ ਨਾ ਵਿਕੇਂਦਰੀਕਰਨ ਬੁਰਾ ਹੈ ਅਤੇ ਨਾ ਚੰਗਾ ਹੈ। ਅਸਲ ਦੇ ਵਿੱਚ ਜੇ ਸਾਡੇ ਅੰਦਰ ਸਾਡੇ ਰਾਜਨੀਤਿਕ ਪੱਧਰ 'ਤੇ ਆਰਥਿਕ ਅਤੇ ਕਾਨੂੰਨੀ ਅਤੇ ਕਾਰਜਕਾਰਨੀ ਵਿਧੀਆਂ ਵਿੱਚ ਸ਼ਾਮਲ ਹੈ, ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਵਿਕੇਂਦਰੀਕਰਨ ਹੈ ਜਿਹੜਾ ਉਹ ਅਸਲ ਦੇ ਵਿੱਚ ਵਿਆਪੀਕਰਨ ਪ੍ਰਕਿਰਿਆ ਦਾ ਅੰਨ੍ਹੇਵਾਹ ਪਿੱਛਾ ਕਰਨਾ ਨਹੀਂ, ਸਗੋਂ ਸਿੱਖਿਆ ਦੇ ਵਿੱਚ ਸੁਧਾਰ ਕਰਨਾ ਹੈ। ਤਾਂ ਜਿਹੜੀ ਕਹਿੰਦੇ ਇਹ ਵਿਕੇਂਦਰੀਕਰਨ ਡਿਸੈਂਟਰਲਾਈਜੇਸ਼ਨ ਕਰਿਕੂਲਮ ਦਾ ਇੱਕ ਜਿਹੜੀ ਨੀਤੀ ਹੈ ਉਹ ਲੋਕਤੰਤਰੀ ਸਿਧਾਂਤਾਂ ਦੇ ਆਧਾਰਿਤ ਹੈ ਅਤੇ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਸਿੱਖਿਆ ਦੇ ਵਿੱਚ ਜਿਹੜਾ ਸੁਧਾਰ ਹੈ ਉਹ ਕਾਫੀ ਹੱਦ ਤੱਕ ਹੋ ਸਕੇ। ਥੈਂਕ ਯੂ।